ਸਤਨਾਮ ਵਾਹਿਗੁਰੂ ਜੀਓ। ਇਕ ਓੰਕਾਰ ਸਤਿਗੁਰ ਪ੍ਰਸਾਦਿ। ਸ਼ਲੋਕ ਮਹੱਲਾ ਨੌਵਾਂ। ਸੁਖ ਦੁਖ ਜੇ ਪਰਸੈ ਨਹੀਂ, ਲੋਭ ਮੋਹ ਅਭਿਮਾਨ। ਕਹੋ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਸੁਖ ਦੁਖ ਜੇ ਪਰਸੈ ਨਹੀਂ, ਲੋਭ ਮੋਹ ਅਭਿਮਾਨ। ਕਹੋ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਅਕਾਲ ਪੁਰਖ ਦੇ ਘਰੋਂ ਸਾਡੇ ਭਲੇ ਲਈ ਜੋ ਪਾਵਨ ਪਵਿੱਤਰ ਤੁਰਕੀ ਬਾਣੀ ਲੈ ਕੇ ਆਏ, ਸ਼ਲੋਕਾਂ ਦੇ ਰੂਪ ਅੰਦਰ ਜੋ ਸਤਿਗੁਰਾਂ ਦੀ ਪਵਿੱਤਰ ਬਾਣੀ ਹੈ 1426 ਅੰਗ ਤੇ 27, 28 ਇਸੇ ਤਰ੍ਹਾਂ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੇ ਜਾਪ ਚੱਲਦੇ ਹਨ। ਅੱਜ ਆਪਾਂ ਜੋ ਲੜੀਵਾਰ ਵਿਚਾਰ ਸ਼ੁਰੂ ਕੀਤੀ ਹੈ ਉਸ ਦਾ 13 ਨੰਬਰ ਸ਼ਲੋਕ ਹੈ। ਅੱਜ ਸਤਿਗੁਰੂ ਜੀ ਦਰਸਾ ਰਹੇ ਹਨ ਭਈ ਜਿਸ ਆਦਮੀ ਦੇ ਉੱਪਰ ਦੁੱਖ ਦਾ ਸੁੱਖ ਦਾ ਕੋਈ ਅਸਰ ਨਾ ਹੋਵੇ, ਲਾਲਚ ਮੋਹ ਤੇ ਅਭਿਮਾਨ ਉਹਦੀ ਜ਼ਿੰਦਗੀ 'ਚ ਨਾ ਹੋਵੇ, ਉਹ ਅਕਾਲ ਪੁਰਖ ਦੀ ਮੂਰਤ ਬਣ ਜਾਂਦਾ ਹੈ। ਸਵਾਲ ਇਹ ਹੈ ਗੁਰੂ ਕੇ ਪਿਆਰਿਓ, ਕੀ ਕੋਈ ਆਦਮੀ ਅਕਾਲ ਪੁਰਖ ਦਾ ਰੂਪ ਹੋ ਸਕਦਾ ਹੈ? ਕੀ ਕੋਈ ਆਦਮੀ ਇੱਕ ਛੋਟਾ ਜਿਹਾ ਤਮਾਮ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਨਾਲ ਮਿਲ ਕੇ ਓਡਾ ਵੱਡਾ ਹੋ ਸਕਦਾ, ਉਹਦੀ ਮੂਰਤ ਬਣ ਸਕਦਾ ਹੈ? ਮੂਰਤ ਕਹਿੰਦੇ ਕਿਹਨੂੰ ਹਨ? ਭਗਵਾਨ ਦੀ ਮੂਰਤ। ਆਪਾਂ ਜਰਾ ਅੱਜ ਇਸ ਵਿਸ਼ੇ 'ਤੇ ਪੂਰਾ ਧਿਆਨ ਕਰੀਏ। ਉਹਦਾ ਕਾਰਨ ਪਿਆਰਿਓ, ਰੱਬ ਨੇ ਮਨੁੱਖ ਨੂੰ ਜਦੋਂ ਬਣਾਇਆ ਹੈ ਤੇ ਸਾਡੇ ਕੋਲ ਇਹ ਮਨੁੱਖਾ ਸਰੀਰ ਅੰਦਰ ਸਾਨੂੰ ਖੁੱਲ੍ਹ ਦਿੱਤੀ ਹੈ। ਚਾਹੀਏ ਤੇ ਪਰਮਾਤਮਾ ਵੀ ਬਣ ਸਕਦੇ ਹਾਂ ਤੇ ਚਾਹੀਏ ਤੇ ਗੁਰੂ ਕੇ ਪਿਆਰਿਓ ਕੀੜਿਆਂ ਦੀ ਤਰ੍ਹਾਂ ਰੁਲ ਸਕਦੇ ਹਾਂ। ਜੇ ਇਹ ਸਰੀਰ ਮਨੁੱਖੀ ਚਾਹਵੇ, ਇਹ ਦੇਵਤਿਆਂ ਵਰਗਾ ਵੀ ਜੀਵਨ ਬਣਾ ਸਕਦਾ ਹੈ ਤੇ ਦੈਂਤਾਂ ਵਰਗਾ ਵੀ ਬਣ ਸਕਦਾ ਹੈ। ਇਹਦੇ ਕੋਲ ਇਹੋ ਜਿਹੀ ਸਮਰੱਥਾ ਹੈ, ਜੇ ਚਾਹਵੇ ਉਸ ਤਾਕਤ ਦੇ ਨਾਲ ਫਰਿਸ਼ਤਾ ਬਣ ਜਾਏ ਤੇ ਚਾਹੇ ਉਸ ਤਾਕਤ ਦੀ ਦੁਰਵਰਤੋਂ ਕਰਕੇ ਸ਼ੈਤਾਨ ਬਣ ਜਾਏ। ਹੁਣ ਸਵਾਲ ਇਹ ਵੀ ਕਿ ਕੋਈ ਬੰਦਾ ਰੱਬ ਬਣ ਸਕਦਾ ਹੈ? ਉਹਦੀ ਮੂਰਤ ਜੋ ਸਤਿਗੁਰੂ ਅੱਜ ਕਹਿ ਰਹੇ ਨੇ, ਕਹੋ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਉਹ ਰੱਬ ਦੀ ਮੂਰਤ ਹੈ ਜਿਹਦੇ ਵਿੱਚ ਇਹ ਗੁਣ ਕੋਣ ਵੀ ਉਹਦੇ ਉੱਪਰ ਦੁੱਖ ਤੇ ਸੁੱਖ ਉਹ ਜਦੋਂ ਆਉਣ ਤੇ ਉਸ ਦੇ ਅੰਦਰ ਨੂੰ ਖਿਲਾਓ ਨਾ, ਲਾਲਚ ਮੋਹ ਤੇ ਅਹੰਕਾਰ ਜਿਹੜਾ ਉਹਦੇ ਨੇੜੇ ਨਾ ਟੁੱਕੇ। ਉਹ ਕੀ ਅਕਾਲ ਪੁਰਖ ਦੀ ਮੂਰਤ ਕਿਵੇਂ ਬਣਦਾ ਆਦਮੀ ਜੋ ਅੱਜ ਤੱਕ ਬਣੇ? ਪਿਆਰਿਓ, ਇਹ ਜਦੋਂ ਸਤਿਗੁਰੂ ਦੀ ਗੱਲ ਚੱਲਦੀ ਹੈ ਤੇ ਇੱਕ ਧਿਆਨ ਰੱਖੀਏ, ਪ੍ਰਿੰਸੀਪਲ ਸਤਬੀਰ ਸਿੰਘ ਖੁਰਾਂ ਦੀ ਇੱਕ ਗੱਲ ਬਹੁਤ ਪਿਆਰੀ ਪ੍ਰਚਲਿਤ ਹੈ, ਜਿਹੜੀ ਚੀਜ਼ ਛੇਤੀ ਨਾਲ ਲਿਖੀ ਜਾਵੇ ਉਹ ਛੇਤੀ ਨਾਲ ਪੜ੍ਹੀ ਵੀ ਜਾ ਸਕਦੀ ਤੇ ਸਮਝ ਵੀ ਆ ਜਾਂਦੀ। ਜਿਹੜੀ ਚੀਜ਼ ਨੂੰ ਸਮਾਂ ਪਾ ਕੇ ਲਿਖਿਆ ਹੋਵੇ, ਬਹੁਤ ਸਮਾਂ ਲਗਾ ਕੇ ਉਹਨੂੰ ਸਮਝਣ ਲਈ ਵੀ ਸਮਾਂ ਲੱਗਦਾ ਹੈ। ਤੇ ਜਿਹੜੀ ਤੁਰਕੀ ਬਾਣੀ ਨੂੰ ਪਿਆਰਿਓ ਅਕਾਲ ਪੁਰਖ ਦੇ ਘਰੋਂ ਆਈਏ, ਸਾਡੇ ਇਸ ਮਨ ਦੇ ਮੰਡਲ ਤੋਂ ਪਰਾਂ ਆਤਮਾ ਦੇ ਦੇਸ਼ ਤੋਂ, ਫਿਰ ਉਹਨੂੰ ਸਮਝਣ ਲਈ ਤੇ ਪਹਿਲਾਂ ਉਸ ਦੇਸ਼ ਦੇ ਵਾਸੀ ਬਣਨਾ ਪਵੇਗਾ। ਇਸ ਕਰਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਇੱਕ ਇੱਕ ਬਚਨ ਬੜੇ ਧੀਰਜ ਵੀ ਚਾਹੀਦਾ ਹੈ
ਕਮਾਈ ਵੀ ਚਾਹੀਦੀ ਹੈ ਤੇ ਅੰਦਰ ਭਾਵਨਾ ਸਿੱਖਣ ਵਾਲੀ ਵੀ ਚਾਹੀਦੀ ਹੈ। ਮਹਾਰਾਜ ਜੀ ਇੱਕ ਜਗ੍ਹਾ ਤੇ ਬਚਨ ਕਰਦੇ ਨੇ, ਕਿਉਂਕਿ ਸਤਿਗੁਰੂ ਆਪੇ ਸਾਰੀਆਂ ਜਾਚਾਂ ਦੱਸਦੇ ਨੇ ਨਾ। ਕਹਿੰਦੇ ਜੇ ਗੁਰਬਾਣੀ ਨੂੰ ਕੋਈ ਆਖੇ ਨਾ ਮੈਂ ਪੜ੍ਹ ਕੇ ਸਮਝ ਲਵਾਂਗਾ, ਕਦੇ ਨਹੀਂ ਹੋ ਸਕਦਾ। ਗੁਰਬਾਣੀ ਵੈਸੇ ਤਾਂ ਪਿਆਰਿਓ ਪੜ੍ਹੀ ਜਾ ਰਹੀ ਹੈ ਨਾ। ਜੇ ਕੇਵਲ ਗੁਰਬਾਣੀ ਪੜ੍ਹ ਕੇ ਬੰਦਾ ਰੱਬ ਬਣ ਸਕਦਾ ਹੋਵੇ ਤੇ ਜਿਤਨੇ ਮੇਰੇ ਵੀਰ ਭੈਣ ਪਾਠੀ ਬਣ ਕੇ ਪਾਠਾਂ ਦੀ ਰੋਲ ਲਗਾਉਂਦੇ ਹਨ, ਉਹ ਰੱਬ ਨਾ ਬਣ ਜਾਣ, ਬ੍ਰਹਮ ਗਿਆਨੀ ਨਾ ਬਣ ਜਾਣ, ਭਗਵਾਨ ਦੀ ਮੂਰਤ ਨਾ ਬਣ ਜਾਵੇ। ਜਿਤਨੇ ਵੀ ਆਪਾਂ ਵੀਰ ਕੋਈ ਗਾਉਂਦਾ ਚ ਬਾਣੀ ਪੜ੍ਹਦਾ ਚ ਕਿਸੇ ਤਰੀਕੇ ਨਾਲ ਨਹੀਂ, ਕੋਈ ਕਹਾਣੀ ਇਹਦੇ ਮਗਰ ਹੋਰ ਏ। ਉਹ ਕੀ ਕਹਾਣੀ ਏ? ਸਤਿਗੁਰੂ ਜੀ ਆਪ ਦੱਸਦੇ ਨੇ, ਕਹਿੰਦੇ ਕਿਸੇ ਭੁਲੇਖੇ ਵਿੱਚ ਨਾ ਰਹਿਣਾ। ਸਿੱਧਾ ਗੁਰਬਾਣੀ ਕੇਵਲ ਪੜ੍ਹ ਕੇ ਨਹੀਂ, ਉਹਦੇ ਵਿੱਚ ਰਮਜ ਇੱਕ ਰਾਜ ਜਿਹੜਾ ਏ ਉਹ ਰਮਜ ਦੇ ਮੁਤਾਬਕ ਦਿੰਦੇ। ਕਹਿੰਦੇ ਸ਼ਬਦ ਸੁਣੀਏ ਸ਼ਬਦ ਬੁੱਝੀਏ ਸੱਚ ਰਖੈ ਲਿਵ ਲਾਏ। ਜਦੋਂ ਇੱਥੇ ਜਿਹੜਾ ਸ਼ਬਦ ਹੈ ਉਹ ਸੱਸਾ ਤੇ ਬੱਬਾ ਤੇ ਦੱਦੇ ਨੂੰ ਸਿਹਾਰੀ। ਸ਼ਬਦ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਅਰਥ ਪਰਮਾਤਮਾ ਵੀ ਨੇ, ਹੁਕਮ ਵੀ ਹੈ। ਗੁਰਬਾਣੀ ਨੂੰ ਵੀ ਸ਼ਬਦ ਕਿਹਾ ਹੈ, ਉਹਦਾ ਹੁਕਮ ਨੂੰ ਵੀ ਸ਼ਬਦ ਕਿਹਾ ਹੈ, ਰੱਬੀ ਤਾਕਤ ਨੂੰ ਸ਼ਬਦ ਕਿਹਾ ਹੈ। ਪਿਆਰਿਓ ਸ਼ਬਦ ਪੜ੍ਹਿਆ ਜਾਣ ਵਾਲਾ ਉਹਨੂੰ ਵੀ ਕਿਹਾ ਹੈ। ਤੋ ਜਦੋਂ ਨਾ ਸਤਿਗੁਰੂ ਜੀ ਔਂਕੜ ਜਾਂ ਸਿਹਾਰੀ ਪਾਉਂਦੇ, ਉਹਦਾ ਬਿਲਕੁਲ ਅਰਥ ਹੋਰ ਬਣਦਾ ਹੈ। ਸਤਿਗੁਰੂ ਜੀ ਦਾ ਇੱਥੇ ਬਚਨ ਦੱਤੇ ਨੂੰ ਸਿਹਾਰੀ ਨਾਲ ਸ਼ਬਦ ਦੇ ਰਾਹੀਂ। ਕਹਿੰਦੇ ਜਦੋਂ ਕੋਈ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਜੁੜਦਾ, ਗੁਰਬਾਣੀ ਪੜ੍ਹਦਾ, ਸ਼ਬਦ ਨਾਲ ਜੁੜੇਗਾ ਤੇ ਉਸ ਨੂੰ ਬਾਣੀ ਸੁਣੇਗੀ। ਸ਼ਬਦ ਦੇ ਰਾਹੀਂ ਉਹਨੂੰ ਬੁੱਝੀਏ ਦਾ ਮਤਲਬ ਉਹਨੂੰ ਸਮਝ ਆਏਗੀ ਵੀ ਸਤਿਗੁਰੂ ਜੀ ਕੀ ਕਹਿ ਰਹੇ ਨੇ। ਸ਼ਬਦ ਦੁਆਰਾ ਹੀ ਉਹਦੀ ਲਿਵ ਲੱਗੇਗੀ। ਸ਼ਬਦ ਦੁਆਰਾ ਹੀ ਸ਼ਬਦੇ ਖੋਮੇ ਮਾਰੀ ਇਹ ਸੱਚੇ ਮੈਲ ਸੁਖ ਪਾਏ। ਬੜਾ ਪਿਆਰਾ ਬਚਨ ਦੌਰਾਨ ਲੱਗਾ ਵਾਂ। ਇਹੋ ਜਿਹੀ ਚੀਜ਼ਾਂ ਨੂੰ ਧੀਰਜ ਨਾਲ ਵਿਚਾਰਨਾ ਪੈਣਾ। ਸ਼ਬਦ ਸੁਣੀਏ ਸ਼ਬਦ ਬੁੱਝੀਏ ਸੱਚ ਰਹਿ ਲਿਵ ਲਾਏ। ਕਿ ਸ਼ਬਦ ਦੇ ਰਾਹੀਂ ਇਸ ਗੁਰਬਾਣੀ ਸੁਣਦੀ ਏ। ਇਹਦਾ ਕੀ ਮਤਲਬ ਹੋਇਆ? ਪਿਆਰਿਓ ਸ਼ਬਦ ਜਿਹੜਾ ਏ ਗੁਰਬਾਣੀ ਹੈ ਜਾਂ ਵਾਹਿਗੁਰੂ ਸ਼ਬਦ ਏ। ਵਾਹਿਗੁਰੂ ਸ਼ਬਦ ਜਿਹੜਾ ਉਹ ਕੇਵਲ ਅੱਖਰ ਨਹੀਂ, ਉਹਦੇ ਵਿੱਚ ਖੁਦ ਪਰਮਾਤਮਾ ਜੀ ਆਪ ਬੈਠੇ ਹੋਏ ਨੇ। ਜਦੋਂ ਆਪਾਂ ਲਗਾਤਾਰ ਉਹ ਸ਼ਬਦ ਨੂੰ ਅਸੀਂ ਸਿਮਰਨ ਕਰਾਂਗੇ, ਕਰਦਿਆਂ ਕਰਦਿਆਂ ਸ਼ਬਦ ਦੇ ਰਾਹੀਂ ਹੀ ਅੰਦਰੋਂ ਇੱਕ ਨਵੀਂ ਸੋਝੀ ਨੇ ਜਨਮ ਲੈਣ ਆਖ ਹੁੰਦਾ ਹੈ। ਜੇ ਮੰਨ ਲਓ ਅਸੀਂ ਉਹ ਅਭਿਆਸ ਨਹੀਂ ਕਰਦੇ ਸ਼ਬਦ ਰਾਹੀਂ, ਵੈਸੇ ਗੁਰਬਾਣੀ ਦੇ ਅਰਥ ਪੜ੍ਹਦੇ ਹਾਂ, ਵੈਸੇ ਗੁਰਬਾਣੀ ਨੂੰ ਸਿੱਧਾ ਪੜ੍ਹ ਰਹੇ ਹਾਂ, ਉਹ ਦਿਮਾਗੀ ਗਿਆਨ ਹੋਏਗਾ, ਉਹਦੇ ਵਿੱਚ ਜਾਣਕਾਰੀ ਹੋਏਗੀ, ਪਰ ਸਾਡਾ ਆਪਣਾ ਅਨੁਭਵ ਕੁਝ ਨਹੀਂ ਹੋਏਗਾ। ਅਨੁਭਵ ਜਦੋਂ ਵੀ ਬਣੇਗਾ ਉਦੋਂ ਸ਼ਬਦ ਦੇ ਅਭਿਆਸ ਨਹੀਂ ਬਣੇ। ਅੱਜ ਤੱਕ ਜਿਹਦਾ ਬਣਿਆ ਸ਼ਬਦ ਦੀ ਕਮਾਈ ਕਰਕੇ ਬਣਿਆ ਹੈ। ਗੱਲ ਕਰੇ ਵੀ ਰੱਬ ਦੀ ਮੂਰਤ ਭਗਵਾਨ ਬਣ ਜਾਣਾ, ਇਹ ਕਿਵੇਂ ਬਣਦਾ ਏ, ਕੌਣ ਬਣਦਾ ਏ, ਉਹਦੇ ਲਈ ਕੀ ਕੁਛ ਕਰਨਾ ਪੈਂਦਾ। ਗੁਰੂ ਕੇ ਪਿਆਰਿਓ, ਇੱਕ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਸ਼ਬਦ ਵਿੱਚ ਪਰਮਾਤਮਾ ਹੈ। ਅਭਿਆਸ ਕਰਾਂਗੇ ਫਿਰ ਗੁਰਬਾਣੀ ਸੁਣਦੀ ਹੈ। ਮਿਸਾਲ ਦੇ ਤੌਰ ਤੇ ਭਾਈ ਰਣਧੀਰ ਸਿੰਘ ਸਾਹਿਬ ਲਾਹੌਰ ਕਾਲਜ ਵਿੱਚ ਪੜ੍ਹਦੇ ਨੇ। ਪਿਤਾ ਦੇ ਕਹਿ 'ਤੇ ਉਹਨਾਂ ਨੇ ਜਪਜੀ ਸਾਹਿਬ ਰਹਿਰਾਸ ਸਾਹਿਬ ਕੀਤੀ। ਰੋਜ਼ ਕਰਦਿਆਂ ਕਰਦਿਆਂ ਕੀ ਹੋਇਆ ਹੈ, ਇੱਕ ਦਿਨ ਰਹਿਰਾਸ ਵਿੱਚ ਕਰਦਿਆਂ ਪੰਕਤੀ ਆਈ, ਭਈ ਪ੍ਰਾਪਤ ਮਾਨੁਖ ਦੇ ਖੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਭਰੀਆ। ਉਸ ਪੰਕਤੀ ਨੇ ਅੰਦਰ ਨੂੰ ਖਿੱਚ ਲਿਆ। ਬਾਰ-ਬਾਰ ਉਹ ਬਾਣੀ ਦੀ ਲਾਈਨ ਅੰਦਰ ਛੋਹਣ ਲੱਗੀ, ਹਿਰਦੇ ਨੂੰ, ਸੁਰਤੀ ਨੂੰ। ਜਿਉਂ-ਜਿਉਂ ਉਹ ਰਗੜਦੀ ਏ ਅੰਦਰ ਨੂੰ ਗੁਰੂ ਕੇ ਪਿਆਰਿਓ, ਤਿਉਂ-ਤਿਉਂ ਉਹਦੇ ਵਿੱਚੋਂ ਸੋਝੀ ਮਿਲੀ ਵੀ ਜੀਵਨ ਤੇ ਪਰਮਾਤਮਾ ਨੂੰ ਮਿਲਣ ਲਈ ਮਿਲਿਆ। ਜਰਾ ਇਹਨੂੰ ਕਿਸੇ ਹੋਰ ਪਾਸੇ ਨਾ ਲੈਣਾ। ਰਹਿਰਾਸ ਵੀ ਕਰਨੀ, ਬਾਣੀ ਵੀ ਪੜ੍ਹਨੀ। ਕੀ ਇਹ ਸੱਚਾਈ ਏ ਵੀ ਜਿੰਨੇ ਅਸੀਂ ਵੀਰ ਭੈਣ ਰਹਿਰਾਸ ਦਾ ਪਾਠ ਕਰਦੇ ਹਾਂ, ਕਿ ਸਾਨੂੰ ਵੀ ਜਦੋਂ ਪੰਕਤੀਆਂ ਆਉਂਦੀਆਂ ਤੇ ਉਹ ਪੰਕਤੀ ਸਾਨੂੰ ਸੁਣ ਗਈ ਹੋਵੇ ਤੇ ਅਸੀਂ ਜ਼ਿੰਦਗੀ ਦਾ ਨਿਸ਼ਾਨਾ ਇਹ ਬਣਾ ਲਿਆ ਹੋਵੇ ਵੀ ਅਸੀਂ ਪਰਮਾਤਮਾ ਨੂੰ ਮਿਲਣਾ ਹੀ ਹੈ, ਅਸੀਂ ਉਹਦੀ ਮੂਰਤ ਬਣਨਾ, ਅਸੀਂ ਤੁਰ ਪਈਏ। ਕਿੰਨੇ ਕੁ ਲੋਕ ਨੇ, ਕੋਈ ਵਿਰਲੇ ਖਾਨ ਗੁਰੂ ਕੇ ਪਿਆਰਿਓ
ਇਹਦਾ ਮਤਲਬ ਗੁਰਬਾਣੀ ਪੜ੍ਹੀ ਜ਼ਰੂਰ ਹੈ ਪਰ ਗੁਰਬਾਣੀ ਸੁਣੀ ਨਹੀਂ ਅੰਦਰ ਨੇ। ਗੁਰਬਾਣੀ ਦਾ ਪਾਠ ਖੋਇਆ ਏ ਪਰ ਗੁਰਬਾਣੀ ਨੇ ਅੰਦਰ ਨੂੰ ਹਿਲਾਇਆ ਨਹੀਂ। ਹਿਲਾਏ ਸ਼ਬਦ ਤੋਂ ਪਿਆਰੇ ਇੱਕ ਹੋਰ ਬਚਨ ਤੁਹਾਡੇ ਨਾਲ ਸਾਂਝਾ ਕਰਨਾ ਚਾਹਨਾ। ਕਮਾਈ ਵਾਲਿਆਂ ਜਿਨ੍ਹਾਂ ਕਮਾਈਆਂ ਕੀਤੀਆਂ ਹੁੰਦੀਆਂ ਨੇ ਉਹਨਾਂ ਦੀ ਸੰਗਤ ਕਰੀਏ ਤੇ ਫਿਰ ਇਹ ਪਤਾ ਲੱਗਦਾ ਕਹਾਣੀ ਕੀ ਹੈ। ਨਹੀਂ ਤਾਂ ਵੈਸੇ ਹੀ ਆਪਣੇ ਆਪ ਹੀ ਬਣਾ ਲਈਦਾ ਮੈਂ ਸਿੱਖ ਖਾਂ, ਮੈਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਮੰਨਦਾ ਵਾਂ, ਮੈਨੂੰ ਗੁਰਬਾਣੀ ਸੁਣਦੀ ਏ, ਮੈਨੂੰ ਪਤਾ ਹੈ ਗੁਰਬਾਣੀ ਕੀ ਕਹਿੰਦੀ ਏ। ਉਹ ਅਸੀਂ ਕੇਵਲ ਇਸ ਪਿਆਰਿਓ ਦਿਮਾਗੀ ਤੌਰ 'ਤੇ ਉਹ ਅਸੀਂ ਜਾਣਕਾਰੀ ਜਿਵੇਂ ਕਿਸੇ ਚੀਜ਼ ਦੀ ਲੈ ਲਈ ਦੁਨੀਆ ਦੀ, ਇਵੇਂ ਗੁਰੂ ਗ੍ਰੰਥ ਸਾਹਿਬ 'ਚ ਕਿੰਨੇ ਸ਼ਬਦ ਨੇ, ਵਿਆਕਰਣ ਮੁਤਾਬਕ ਔਂਕੜ ਦਾ ਕੀ, ਹੁਸ਼ਿਆਰੀ ਦਾ ਕੀ ਮਤਲਬ ਹੈ। ਇਹ ਕੁਛ ਦੇ ਨਾਲ ਸਾਡਾ ਜੀਵਨ ਨਹੀਂ ਬਦਲਣਾ। ਜੀਵਨ ਬਦਲ ਜਦੋਂ ਸ਼ਬਦ ਇਹ ਰਗੜ ਪੈਂਦੀ ਅੰਦਰ। ਭਾਈ ਰਣਧੀਰ ਸਿੰਘ ਅਭਿਆਸ ਵਿੱਚ ਜੁੜ ਗਏ ਨੇ, ਸੱਚਮੁੱਚ ਰੱਬ ਨੂੰ ਲੱਭਣ ਤੁਰ ਪਏ ਸਨ। ਸੰਤ ਬਾਬਾ ਵਿਸਾਖਾ ਸਿੰਘ ਜੀ ਜਿਹੜੇ ਕਿ ਅਮਰੀਕਾ ਤੋਂ ਦੇਸ਼ ਦੀ ਆਜ਼ਾਦੀ ਲਈ ਤੁਰੇ ਸਨ। ਬਾਬਾ ਵਿਸਾਖਾ ਸਿੰਘ ਜੀ ਜਦੋਂ ਛੋਟੇ ਸੀ ਅਤੇ ਉਹਨਾਂ ਦੇ ਦਾਦਾ ਜੀ ਬਾਣੀ ਪੜ੍ਹਦੇ, ਬੜਾ ਚੰਗਾ ਲੱਗਣਾ ਅਤੇ ਉਹਨਾਂ ਨੇ ਇਹਨਾਂ ਨੇ ਵੀ ਕਿਆ ਕਰੋ ਮਾਹੌਲ ਮਿਲਿਆ। ਗੁਰਬਾਣੀ ਦਾ ਪਾਠ ਕਰਦੇ ਸਨ ਅਤੇ ਕਰਦਿਆਂ ਕਰਦਿਆਂ ਸ਼ਬਦ ਖਜ਼ਾਰੇ ਪੜ੍ਹਦਿਆਂ ਪੰਕਤੀ ਆ ਗਈ, ਏਕ ਸ਼ਬਦ ਮੇਰਾ ਪ੍ਰਾਣ ਬਸਤਕ ਹੈ, ਬੌੜ ਜਨਮ ਨਾ ਆਵਾ। ਉੱਥੇ ਅੰਦਰ ਨੂੰ ਰੁਕ ਗਿਆ ਕਿਉਂਕਿ ਰੋਜ਼ ਪੜ੍ਹਦਿਆਂ ਪੜ੍ਹਦਿਆਂ ਉਹ ਅੰਦਰ ਜਾਗ ਪਿਆ। ਇਹ ਨਹੀਂ ਵੀ ਇੱਕਦਮ ਸ਼ਬਦ ਦਾ ਕੋਈ ਅੰਦਰ ਨਿਵਾਸ ਹੋ ਜਾਂਦਾ। ਗੁਰਬਾਣੀ ਪੜ੍ਹਾਂਗੇ ਅਤੇ ਹੌਲੀ ਹੌਲੀ ਸੁਣੇਗੀ, ਫਿਰ ਅਗਲੀ ਗੱਲ ਹੋਏਗੀ। ਅਸੀਂ ਪੜ੍ਹਨ 'ਤੇ ਰੁਕ ਗਏ, ਸੁਣਨ ਵੱਲ ਨੂੰ ਤੁਰੇ ਹੀ ਨਾ, ਫਿਰ ਤਾਂ ਨਾ ਗੱਲ ਬਣਨੀ। ਸਿੱਖ ਦਾ ਮਤਲਬ ਜਿਹੜਾ ਸਦਾ ਹੀ ਸਿੱਖਦਾ ਰਵੇ। ਸਤਿਗੁਰੂ ਕਿਧਰੇ ਸਾਨੂੰ ਸਿੱਖ ਕਹਿੰਦੇ, ਕਿਧਰੇ ਪਥਕ ਰਾਹੀ ਕਹਿੰਦੇ। ਅਤੇ ਰਾਹੀ ਜਿਹੜੇ ਨੇ ਨਾ ਉਹ ਇੱਕ ਜਗ੍ਹਾ 'ਤੇ ਖਲੋਂਦੇ ਨਹੀਂ। ਰਾਹ ਦਾ ਮਤਲਬ ਇਹਦੀ ਮੰਜ਼ਿਲ ਹੈ, ਕੋਈ ਉਧਰ ਨੂੰ ਤੁਰ ਰਿਹਾ ਹੈ, ਹਰ ਰੋਜ਼ ਤੁਰ ਰਿਹਾ ਹੈ। ਤੋ ਗੱਲ ਕਰ ਲੱਗਾ ਸਾਂ, ਬਾਬਾ ਵਿਸਾਖਾ ਸਿੰਘ ਜੀ ਨੇ ਸ਼ਬਦ ਸੁਣਿਆ। ਦਾਦਾ ਜੀ ਨੂੰ ਪੁੱਛਦੇ, ਜੀ ਏਕ ਸ਼ਬਦ ਮੇਰਾ ਪ੍ਰਾਣ ਵਸਤੇ, ਉਹ ਕਿਹੜਾ ਸ਼ਬਦ ਹੈ ਜਿਹੜਾ ਪ੍ਰਾਣਾਂ ਵਿੱਚ ਵੱਸਦਾ ਹੈ, ਜਿਹੜਾ ਵਸਣ ਨਾਲ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ। ਉਹ ਸਮਝ ਗਏ, ਕਹਿਣ ਲੱਗੇ ਬੇਟਾ ਫੇਰ ਦੱਸਾਂਗੇ। ਉਹਦਾ ਮਤਲਬ ਸੀ ਅਜੇ ਕੁਝ ਅਭਿਆਸ ਕਰੇ, ਹੋਰ ਚੋਟ ਵੱਜੇ ਤੇ ਤਾਂ ਕਹਾਣੀ ਬਣੇ। 2 ਮਹੀਨੇ ਲੰਘ ਗਏ, ਤੈਨੂੰ ਪੁੱਛਣਾ ਤੇ ਟਾਲ ਦੇਣਾ। ਉਹਦੇ ਅੰਦਰ ਉਹਨਾਂ ਦੇ ਇਹ ਪਿਆਸ ਵੱਧਦੀ ਤੁਰੀ ਗਈ। ਫਿਰ ਉਹਨਾਂ ਦਾਤਾ ਜੀ ਨੇ ਦੱਸਿਆ ਵੀ ਨਾਮ ਜਪ ਅੰਦਰ ਧਿਆਨ ਧਾਰ, ਜਿਵੇਂ ਜੁਗਤੀ ਦੱਸੀ। ਜਦੋਂ ਸ਼ਬਦ ਦੀ ਰਗੜ ਲੱਗੀ ਅਤੇ ਉਸ ਤੋਂ ਬਾਅਦ ਜੋ ਕੁਛ ਗੁਰੂ ਬਾਣੀ ਅੰਦਰ ਰਹਿਮਤਾਂ ਨੇ ਉਹ ਸਾਹਮਣੇ ਪ੍ਰਗਟ ਹੋ ਗਈਆਂ। ਗੁਰਬਾਣੀ ਸੁਣਨ ਦਾ ਮਤਲਬ ਜੋ ਗੁਰਬਾਣੀ ਕਹਿੰਦੀ ਹੈ ਉਹ ਸਾਡੇ ਅੰਦਰ ਵਰਤੇ। ਉਹਨੂੰ ਕਹਾਂਗੇ ਮਹਾਰਾਜ ਨੂੰ ਕਿਹਾ ਸੀ, ਅਸੀਂ ਸੁਣਿਆ ਸੀ, ਉਹ ਦੇਖੋ ਸਾਡੇ ਸਾਹਮਣੇ ਸੱਚੀ ਮੁੱਚੀ ਉਹ ਕੰਮ ਹੋ ਗਿਆ। ਉਹ ਕੱਲਾ ਸਿੱਧਾ ਨਹੀਂ ਖੁੰਦਾ, ਉਹ ਗੁਰੂ ਸ਼ਬਦ ਤੇ ਰਾਹੀਂ ਖੁੰਦਾ ਹੈ। ਤਾਂ ਹੀ ਸਤਿਗੁਰੂ ਜੀ ਨੇ ਇੱਕ ਜਗ੍ਹਾ ਬਚਨ ਕੀਤਾ, ਕਹਿੰਦੇ ਸਭ ਤੋਂ ਪਹਿਲਾਂ ਗੁਰੂ ਧਾਰਨ ਕਰਨਾ ਪੈਂਦਾ ਹੈ। ਅਸੀਂ ਤਾਂ ਅੰਮ੍ਰਿਤ ਛਕਣ ਨੂੰ ਇੱਕ ਆਪਣੀ ਮਰਜ਼ੀ ਜੀ ਬਣਾਇਆ ਹੈ ਨਾ, ਵੀ ਜਦੋਂ ਜੀ ਕੀਤਾ ਛਕ ਲਾਂਗੇ, ਨਹੀਂ ਤੇ ਨਹੀਂ। ਮਹਾਰਾਜ ਕਹਿੰਦੇ ਮਨੁੱਖਾ ਜਨਮ ਦਾ ਕੋਈ ਮਨੋਰਥ ਹੈ, ਅਸੀਂ ਰੱਬ ਵਰਗੇ ਬਣਨਾ ਨਾ ਕਿ ਜੂਨਾਂ ਵਿੱਚ ਧੱਕੇ ਖਾਣੇ ਨੇ। ਅਤੇ ਇਸ ਲਈ ਸਾਡੇ ਫਰਜ਼ ਨੇ, ਜ਼ਰੂਰੀ ਹੈ। ਸਾਨੂੰ ਖੁੱਲ੍ਹ ਨਹੀਂ ਦਿੱਤੀ ਤੁਸੀਂ ਗੁਰੂ ਵਾਲੇ ਬਣੋ ਜਾਂ ਨਾ ਬਣੋ, ਇਹ ਤਾਂ ਅਸੀਂ ਆਪ ਬਣਾਇਆ ਹੋਇਆ ਹੈ ਨਾ। ਕਹਿਣ ਨੂੰ ਤਾਂ ਸਾਰੇ ਸਿੱਖ ਜਦੋਂ ਗਿਣਤੀ ਕਰੀ ਦੀ ਏ ਅਤੇ ਪਿਆਰਿਓ ਕਰੋੜਾਂ ਵਿੱਚ ਅਸੀਂ ਗਿਣਦੇ ਹਾਂ। ਸਿੱਖ ਦਾ ਤੇ ਮਤਲਬ ਸੀ ਜਿਹੜਾ ਸਤਿਗੁਰੂ ਦੀ ਸਿੱਖਿਆ ਨੂੰ ਧਾਰਨ ਕਰਕੇ ਜ਼ਿੰਦਗੀ ਭਰ ਸਿੱਖ ਕੇ ਤੁਰ ਰਿਹਾ ਉਹਨਾਂ ਰਾਹਾਂ 'ਤੇ। ਉਹ ਚੰਦ ਕੁ ਰੂਹਾਂ ਹੁੰਦੀਆਂ ਨੇ। ਸਾਡੇ ਕੋਲ ਚੁਆਇਸ ਨਹੀਂ ਸੀ ਵੀ ਅਸੀਂ ਆਪਣੀ ਮਰਜ਼ੀ ਕਰਦੇ, ਨਹੀਂ। ਪਿਆਰਿਓ ਗੁਰਬਾਣੀ ਬਹੁਤ ਗਹਿਰੀ ਏ, ਗਹਿਰਾ ਜਾਣਾ ਪਵੇਗਾ। ਜਿੱਥੋਂ ਆਈ ਉਹਦੇ ਦੇਸ਼ ਜਾਣ ਲਈ ਉਹਨਾਂ ਰਾਹਾਂ 'ਤੇ ਤੁਰਨਾ ਪਵੇਗਾ। ਸਤਿਗੁਰੂ ਕਹਿੰਦੇ ਉਹ ਅੰਦਰ ਰਹਿੰਦਾ ਏ, ਜਿਹਦੀ ਮੂਰਤ ਬਣਨਾ ਹੈ ਅਤੇ ਅੰਦਰ ਆਪਾਂ ਤਾਂ ਜਾ ਨਹੀਂ ਸਕਦੇ। ਅੱਖਾਂ ਮੀਟੋ ਖਾਂ ਅਤੇ ਅੰਦਰ ਹਨੇਰਾ ਹੀ ਦਿਸਣਾ, ਹੋਰ ਕੁਝ ਵੀ ਨਹੀਂ। ਪਰ ਜਦੋਂ ਸਤਿਗੁਰੂ ਕੇ ਸ਼ਬਦ ਰਾਹੀਂ ਅੰਦਰ ਜਾਵਾਂਗੇ ਅਤੇ ਅੰਦਰ ਹਨੇਰਾ ਨਹੀਂ ਸਤਿਗੁਰੂ ਰਹਿਣ ਦਿੰਦੇ, ਪ੍ਰਕਾਸ਼ ਕਰਦੇ ਨੇ। ਉਹ ਪ੍ਰਕਾਸ਼ ਉਹਨਾਂ ਦਾ ਆਪਣਾ ਹੈ। ਉਸ ਪ੍ਰਕਾਸ਼ ਤੋਂ ਬਾਅਦ ਫਿਰ ਉਹ ਅਗਲੀਆਂ ਦਾਤਾਂ ਨੂੰ ਦਿਖਾਉਂਦੇ ਅਤੇ ਲਿਜਾਂਦੇ ਨੇ। ਤਾਂ ਮਹਾਰਾਜ ਗੁਰੂ ਰਾਮਦਾਸ ਸਾਹਿਬ ਬਚਨ ਸ਼ੁਰੂ ਕਰਦੇ, ਜੇਕਰ ਇਹਨਾਂ ਗੱਲਾਂ ਵੱਲ ਤੁਰਨਾ ਨਾ ਮੂਰਤ ਭਗਵਾਨ ਦੇ, ਪਹਿਲਾ ਕਦਮ ਹੈ ਸਤਿਗੁਰ ਸੇਵੀਏ ਆਪਣਾ।
ਪਾਈਏ ਨਾਮ ਅਪਾਰ। ਗੁਰੂ ਦੇ ਸਿੱਖ ਬਣ ਕੇ ਉਹਨਾਂ ਨੂੰ ਆਪਣਾ ਗੁਰੂ ਨੂੰ ਬਣਾਈਏ, ਉਹ ਨਾਮ ਦੇਣਗੇ। ਅਪਾਰ ਸ਼ਬਦ ਕਿਉਂ ਵਰਤਿਆ? ਹੁਣ ਜੇ ਤੇ 4 ਅੱਖਰ ਹੋਣ ਵਾਵਾ, ਕੰਨਾ ਖਾਕੇ ਨੂੰ ਸਿਆਰੀ, ਗੱਗੇ ਨੂੰ ਔਂਕੜ ਤੇ ਰਾਰੇ ਦੁਲੰਕੜ ਵਾਹਿਗੁਰੂ, ਅੱਖਰਾਂ ਵਿੱਚ ਤੇ ਕੁਝ ਵੀ ਨਹੀਂ। ਜਦੋਂ ਗੁਰੂ ਨਾਮ ਦਿੰਦਾ ਤੇ ਅਪਾਰ ਉਹਦੇ ਵਿੱਚ ਇੰਨੀਆਂ ਤਾਕਤਾਂ ਨੇ ਭਈ ਉਹਨਾਂ ਤਾਕਤਾਂ ਨੂੰ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਜਿਹੜਾ ਗੁਰੂ ਦੇ ਰਾਹੀਂ ਉਹ ਸਾਨੂੰ ਨਾਮ ਮਿਲਣਾ ਹੈ, ਉਹ ਅਪਾਰ ਦਾ ਮਤਲਬ ਪਰਮਾਤਮਾ। ਜਦੋਂ ਸਤਿਗੁਰੂ ਜੀ ਵਾਹਿਗੁਰੂ ਸ਼ਬਦ ਦਿੰਦੇ ਨੇ ਉਹਦੇ ਵਿੱਚ ਖੁਦ ਪਰਮਾਤਮਾ ਬੈਠਾ ਹੈ। ਕਹਿੰਦੇ ਭੋਜਲ ਡੁੱਬਦਿਆਂ ਕੱਢ ਲਏ ਖਰਦਾਤ ਕਰੇ ਦਾਤਾਰ। ਉਹ ਸ਼ਬਦ ਜਿਹੜਾ ਸਤਿਗੁਰੂ ਵੱਲੋਂ ਆਇਆ, ਉਹਨੇ ਇਸ ਭਵਜਲ ਤੋਂ ਜਿਹੜੇ ਅਸੀਂ ਡੁੱਬ ਰਹੇ ਹਾਂ ਨਾ, ਦਿਨੇ ਰਾਤ ਸੁਰਤੀ ਵਿਕਾਰਾਂ 'ਚ ਡੁੱਬਦੀ ਤੇ ਮੁੜ ਕੇ ਡੁੱਬ ਜਾਣਾ 84 ਦੇ ਗੇੜ ਅੰਦਰ, ਉਹਦੇ 'ਚੋਂ ਦਾਤਾ ਸ਼ਬਦ ਦੇ ਅਭਿਆਸ ਰਾਹੀਂ ਅੰਦਰੋਂ ਦਾਤਾਂ ਦਿੰਦਾ ਏ, ਉਹ ਅੰਦਰੋਂ ਮਿਲਣੀਆਂ ਨੇ। ਇੱਕ ਬੜਾ ਪਿਆਰਾ ਬਚਨ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ, ਕਹਿੰਦੇ ਭਾਈ ਸੰਤ ਸੰਗ, ਜਦੋਂ ਸਾਵਨ ਦਾ ਮਹੀਨਾ ਹੁੰਦਾ ਹੈ ਨਾ, ਤੇ ਪਤਾ ਜੀ ਨਾ ਬਾਹਰੋਂ ਬਰਸਾਤ ਪੈਂਦੀ ਹੈ, ਬਰਸਾਤ ਪੈਣ ਦੇ ਨਾਲ ਪਾਣੀ ਜਦੋਂ ਖੁੰਦਾ ਹੈ ਤੇ ਪਾਣੀ ਨਾਲ ਕੀ ਸਾਰੀਆਂ ਜਗ੍ਹਾ ਵੀ ਭਰ ਜਾਂਦੀਆਂ, ਬਨਾਸਪਤੀ ਸਾਰੀ ਖਿੜ ਜਾਂਦੀ ਖਰੇ ਭਰੀ, ਫਿਰ ਠੰਡੀ ਠੰਡੀ ਹਵਾ ਝੁੱਲਦੀ ਹੈ ਤੇ ਕਿੰਨਾ ਚੰਗਾ ਲੱਗਦਾ ਹੈ। ਪਿਆਰਿਓ, ਸਤਿਗੁਰੂ ਪੰਚਮ ਪਿਤਾ ਜੀ ਬਚਨ ਕਰਦੇ, ਬਾਹਰੋਂ ਸਾਉਣ ਦਾ ਮਹੀਨਾ ਮੀਂਹ ਪੈਣ ਤੇ ਲੋਕੀ ਸੇਜਾਂ ਦਾ ਸੁੱਖ ਮਾਣਦੇ ਨੇ, ਹੀਰੇ ਤੇ ਲਾਲਾਂ ਨਾਲ ਘਰਾਂ ਨੂੰ ਜੜ ਕੇ ਪਲੰਘਾਂ ਨੂੰ ਪਿਆਰਿਓ ਕਈ ਪ੍ਰਕਾਰ ਦੇ ਬਸਤਰ ਪਹਿਨ ਕੇ ਭਈ ਸੋਹਣਾ ਮੌਸਮ ਆਇਆ ਦਾ ਫਾਇਦਾ ਉਠਾਈਏ। ਪੰਚਮ ਪਿਤਾ ਜੀ ਕਹਿੰਦੇ ਬਾਹਰੋਂ ਬਰਸਾਤ ਹੋਵੇ, ਉਹਦੇ ਨਾਲ ਬਨਾਸਪਤੀ ਖਿੜੀ ਹੋਵੇ, ਠੰਡੀਆਂ ਖਵਾਵਾਂ ਹੋਣ, ਸੌਣ ਲਈ ਸਾਡੇ ਕੋਲ ਸੋਹਣੀਆਂ ਸੇਜਾਂ, ਹੀਰੇ ਤੇ ਲਾਲਾਂ ਨਾਲ ਜੜੇ ਪਲੰਘ ਵੀ ਸਾਡੇ ਕੋਲ ਹੋਣ, ਅਸੀਂ ਮਰਜ਼ੀ ਦੇ ਪਦਾਰਥ ਤੇ ਕੱਪੜਿਆਂ ਨੂੰ ਭੋਗੀਏ, ਪਰ ਅੰਦਰ ਤੱਤੇ ਦਾ ਤੱਤਾ ਤੇ ਅਸ਼ਾਂਤ ਤੇ ਭੁੱਖੇ ਦਾ ਭੁੱਖਾ ਹੀ ਰਹੇਗਾ, ਇਹਨੂੰ ਕੋਈ ਫਰਕ ਨਹੀਂ ਪੈਣਾ। ਸਤਿਗੁਰੂ ਦੇ ਬਚਨ ਨੇ, ਸਾਹਿਬ ਕਹਿੰਦੇ ਜਲ ਥਲ ਨੀਰ ਪਰੇ, ਸੀਤਲ ਭਵਨ ਚੁਲਾਰ ਦੇ, ਸੇਜੜੀਆਂ ਸੋਇਆਨ ਹੀਰੇ ਲਾਲ ਜੜਨ ਦੀਆਂ, ਸੁਬਰ ਕੱਪੜ ਭੋਗ ਨਾਨਕ ਪਿਰੀ ਵਿਖੋਣੀ ਤੱਤੀਆਂ। ਜੇ ਨਿਰੰਕਾਰ ਨਾਲ ਨਹੀਂ ਜੁੜੇ ਤੇ ਅੰਦਰ ਤੱਤਾ ਰਹਿਣਾ ਹੈ। ਜਿੰਨਾ ਚਿਰ ਨਿਰੰਕਾਰ ਨਹੀਂ ਅੰਦਰ ਆਉਂਦਾ ਉਹਨਾਂ ਚਿਰ ਅੱਗ ਬਲਦੀ ਰਹਿਣੀ ਅੰਦਰ। ਚਾਹੇ ਗਰੀਬ ਆ ਤਾਂ ਵੀ ਅੱਗ ਬਲੇਗੀ ਸ਼ਾਂਤੀ ਦੀ, ਅਮੀਰ ਆ ਤਾਂ ਵੀ ਬਲੇਗੀ। ਰਾਜਿਆਂ ਤੇ ਚਾਹੇ ਭਿਖਾਰੀਆਂ ਅੰਦਰਲੀ ਅੱਗ ਨਹੀਂ ਬੁਝਦੀ, ਭੁੱਖ ਦੀ ਭੁੱਖ ਰਹੇਗੀ, ਅਸ਼ਾਂਤ ਰਹਾਂਗੇ। ਅੰਦਰਲੀ ਅੱਗ ਨੂੰ ਕੌਣ ਬੁਝਾਉਂਦਾ ਏ? ਉਹ ਮੇਰੇ ਸਤਿਗੁਰੂ ਜੀ ਦੇ ਘਰੋਂ ਜਦੋਂ ਸ਼ਬਦ ਲਈਦਾ ਨਾ, ਸ਼ਬਦ 5 ਪਿਆਰੇ ਸਾਹਿਬਾਨ ਦਿੰਦੇ ਨੇ ਸਾਨੂੰ ਤਰੁੱਠ ਕੇ, ਉਹ ਸ਼ਬਦ ਕੀ ਕਰਦਾ ਏ? ਅੰਦਰ ਬਰਸਾਤ ਪਾਉਂਦਾ ਹੈ। ਜਰਾ ਸਮਝਣਾ, ਉਹ ਅੰਦਰ ਸ਼ਬਦ ਬਰਸਾਤ ਪਾਉਂਦਾ ਹੈ। ਉਹ ਸ਼ਬਦ ਕਿਵੇਂ? ਕਿਉਂਕਿ ਸ਼ਬਦ ਵਿੱਚ ਪਰਮਾਤਮਾ ਬੈਠਾ ਹੈ। ਜਦੋਂ ਕੋਈ ਅਭਿਆਸ ਕਰਦਾ ਏ ਤੇ ਸਤਿਗੁਰੂ ਜੀ ਉਹਦੇ 'ਚੋਂ ਰਸ ਦਿੰਦੇ ਅੰਦਰ, ਉਹ ਰਸ ਉਹ ਸ਼ਬਦ ਵਿੱਚ ਲੁਕਿਆ ਹੋਇਆ ਸੀ। ਬਰਸ, ਸਰਸ, ਆਗਿਆ। ਜਦੋਂ ਅੰਦਰੋਂ ਸ਼ਬਦ ਨਾਲ ਜੁੜਨ ਵਾਲਿਆਂ ਨੂੰ ਰਸ ਮਿਲਦਾ ਏ ਤੇ ਉਹਨਾਂ ਦੇ ਅੰਦਰੋਂ ਸਤਿਗੁਰੂ ਕਹਿੰਦੇ ਫਿਰ ਅਰਦਾਸ ਕਰੋ ਕਿ ਪਰਮਾਤਮਾ ਆ ਤੇਰੇ ਸ਼ਬਦ ਵਿੱਚੋਂ ਕਿੰਨਾ ਰਸ ਆਇਆ, ਥੋੜ੍ਹਾ ਜਿਹਾ ਕਿਉਂ ਆਇਆ ਏ, ਮੈਨੂੰ ਬਹੁਤਾ ਕਿਉਂ ਨਹੀਂ ਆਉਂਦਾ। ਮੈਂ ਚਾਹੁੰਦਾ ਵਾਂ ਘੜੀ ਪਲ ਆਇਆ, ਮੈਨੂੰ 8 ਪਹਿਰ ਆਵੇ। ਇਹ ਰਸ ਤੈਨੂੰ ਇੰਨਾ ਵਧੀਆ ਹੈ, ਛੱਡਣ ਨੂੰ ਜੀ ਨਹੀਂ ਚਾਹੁੰਦਾ। ਇਹ ਸਾਰਾ ਕੁਝ ਸ਼ਾਂਤ ਕਰੀ ਜਾ ਰਿਹਾ ਏ, ਇਹ ਮੈਨੂੰ ਕਿਰਪਾ ਕਰੋ। ਸਤਿਗੁਰੂ ਇੱਥੇ ਫਿਰ ਇੱਕ ਭੇਦ ਦੱਸਦੇ ਨੇ, ਕਹਿੰਦੇ ਸ਼ਬਦ ਜਪਣ ਲੱਗਿਆਂ ਵੀ ਇਹ ਮਤ ਸੋਚਣਾ ਇਕੱਲੇ ਆਪਣੇ ਅਭਿਆਸ ਨਾਲ ਇਹ ਰਸ ਆਏਗਾ ਨਹੀਂ। ਆਗਿਆ ਦਾ ਮਤਲਬ ਏ, ਸਾਹਿਬ ਕਹਿੰਦੇ ਪਰਮਾਤਮਾ ਦੀ ਆਗਿਆ ਨਾਲ ਇਹ ਰਸ ਆਉਂਦਾ ਏ। ਉਹਨਾਂ ਨੂੰ ਕਹਿਣਾ ਜੀ ਆਗਿਆ ਕਰੋ ਮੈਨੂੰ ਹੋਰ ਰਸ ਆਵੇ। ਕੀ ਪਰਮਾਤਮਾ ਕਿਸੇ ਨੂੰ ਸੋਚ ਸਮਝ ਕੇ ਆਗਿਆ ਕਰਦਾ ਹੈ ਭਈ ਇਹਨੂੰ ਥੋੜ੍ਹਾ ਰਸ ਦੇਣਾ ਹੈ, ਇਹਨੂੰ ਬਹੁਤਾ ਦੇਣਾ ਹੈ, ਜਾਂ ਇੱਕ ਨੂੰ ਥੋੜ੍ਹਾ ਸਮਾਂ ਦੇਣਾ ਹੈ, ਇੱਕ ਨੂੰ ਬਹੁਤਾ ਸਮਾਂ ਦੇਣਾ? ਕੀ ਕਹਾਣੀ ਏ? ਮਹਾਂਪੁਰਖਾਂ ਨੇ ਇਹਨਾਂ ਬਚਨਾਂ ਨੂੰ ਖੋਲ੍ਹਿਆ। ਉਹ ਕਹਿੰਦੇ ਨੇ
ਜਿੰਨੀ ਕੁ ਕਿਸੇ ਦੀ ਭੁੱਖ ਹੁੰਦੀ ਏ ਓਨੀ ਕੁ ਆਗਿਆ ਹੁੰਦੀ ਏ ਵੀ ਇਹਨੂੰ ਰਸ ਦੇ ਦਿਓ। ਜੇ ਰਸ ਥੋੜ੍ਹਾ ਹੈ ਤਾਂ ਸਾਡੀ ਭੁੱਖ ਓਨੀ ਕੁ ਸੀ, ਜੇ ਰਸ ਥੋੜ੍ਹਾ ਜਿਹਾ ਵੱਧ ਤੇ ਸਾਡੀ ਭੁੱਖ ਥੋੜ੍ਹੀ ਵੱਧ ਸੀ। ਜਿੰਨੀ ਭੁੱਖ ਏ ਉਹਦੀ ਆਗਿਆ ਨਾਲ ਓਨਾ ਕੁ ਰਸ ਦਿੰਦਾ, ਕੋਈ ਸਸਤੀ ਚੀਜ਼ ਨਹੀਂ ਐਵੇਂ ਸੁੱਟ ਦੇਣ। ਉਹ ਕਹਿੰਦੇ ਜਿੰਨਾ ਕੁ ਤੂੰ ਪਾਤਰ ਬਣਿਆ ਹੈ ਨਾ ਓਨੀ ਕੁ ਦਾਤ ਮਿਲੇਗੀ। ਆਪਾਂ ਇਹਨਾਂ ਗੱਲਾਂ ਨੂੰ ਪੂਰੇ ਕਈ ਵਾਰ ਗੁਰੂ ਕੇ ਪਿਆਰਿਓ ਵਿਚਾਰਦੇ ਨਹੀਂ ਆ। ਸਤਿਗੁਰੂ ਜੀ ਕਹਿੰਦੇ ਨੇ ਜਦੋਂ ਨਾ ਬਰਸ ਸਰਸ ਅੰਦਰ ਕੋਈ ਵਰਸਦੀ ਏ ਉਹ ਸ਼ਬਦ ਦੀ ਬਰਸਾਤ ਰਸ ਬਣਦਾ ਏ, ਪਰ ਉਹਦੀ ਆਗਿਆ ਨਾਲ ਹੀ ਵਰਸਦੀ ਏ। ਕਈ ਵਾਰ ਵੇਖਦੇ ਆ ਨਾ ਕਿੰਨਾ ਕਿੰਨਾ ਸਮਾਂ ਪਾਠ ਕਰੀ ਜਾਈਦਾ ਵਾਹਿਗੁਰੂ ਸਿਮਰਨ, ਕੁਝ ਵੀ ਨਹੀਂ ਬਣਦਾ, ਰਸ ਆਉਂਦਾ ਨਹੀਂ, ਟਿਕਾਊ ਮਿਲਦਾ ਹੀ। ਪਰ ਜਿਹੜੀਆਂ ਗੱਲਾਂ ਗੁਰਸਿੱਖਾਂ ਕੋਲ ਸੁਣਦੇ ਆ, ਗੁਰਬਾਣੀ ਦੱਸਦੀ ਏ, ਉਹ ਨਹੀਂ ਵਰਤਦੀਆਂ। ਇਹਦਾ ਮਤਲਬ ਅਜੇ ਭੁੱਖ ਨਹੀਂ, ਉਹਦੀ ਆਗਿਆ ਇੰਨੀ ਕੁ ਹੋਈ ਸੀ। ਸਾਹਿਬ ਕਹਿੰਦੇ ਬਰਸ ਸਰਸ ਆਗਿਆ ਹੋਏ ਆਨੰਦ ਸਗਲ ਭਾਗ, ਭਾਗ ਜਾਗਣਗੇ। ਇਹ ਭਾਗ ਜਾਗਦੇ ਨਾਲ ਅੱਗੇ ਬਚਨ ਰਹਾਓ ਸੰਤ ਸੰਗੇ ਮਨ ਪਰਫੜੈ ਮਿਲ ਮੇਘ ਤਰ ਸੁਖਾਗ। ਪਰਫੜੇ ਦਾ ਅਰਥ ਹੁੰਦਾ ਪ੍ਰਫੁੱਲਤ ਹੋਣਾ। ਅੰਦਰ ਦੀ ਧਰਤੀ ਜਿਹੜੀ ਹੈ ਨਾ ਇਹ ਸਾਉਣ ਦੀ ਬਰਸਾਤ ਨਾਲ ਨਹੀਂ, ਇਹਨੇ ਹਰੀ ਭਰੀ ਹੋਣਾ ਜਾਂ ਠਰਨਾ। ਇਸ ਅੱਗ ਨੇ ਗੁਰੂ ਸ਼ਬਦ ਦੀ ਮੀਂਹ ਨਾਲ, ਮੀਂਹ ਕੀ ਏ ਦੋ ਚੀਜ਼ਾਂ ਦਾ ਮੇਲ ਹੁੰਦਾ, ਮਿਲ ਮੇਘ ਤਰ ਸੁਖਾਗ। ਮੇਘ ਕਹਿੰਦੇ ਬਦਲਾਂ ਨੂੰ ਤੇ ਤਰ ਧਰਤੀ। ਜਦੋਂ ਆਕਾਸ਼ ਤੇ ਧਰਤੀ ਦਾ, ਬਦਲਾਂ ਤੇ ਧਰਤੀ ਦਾ ਮੇਲ ਬਣਦਾ ਹੈ ਨਾ ਉਦੋਂ ਕਹਿੰਦੇ ਨੇ ਸੁਖਾਗਣ ਬਣ ਜਾਈਦਾ। ਕਮਾਲ ਗੱਲ ਕਿਹਦੀ ਚੱਲਦੀ ਏ, ਬਾਹਰੋਂ ਪ੍ਰਮਾਣ ਤੇ ਅੰਦਰ ਕਿੱਥੇ ਲੈ ਕੇ ਆਏ ਨੇ। ਕਿਉਂਕਿ ਅੱਜ ਬਚਨ ਸੀਗਾ ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ। ਭਗਵਾਨ ਕੋਈ ਇੱਕਦਮ ਉੱਠ ਕੇ ਨਹੀਂ ਘਰੋਂ ਬਣ ਜਾਂਦਾ, ਜਿਹੜਾ ਬਾਣੀ ਪੜ੍ਹ ਰਿਹਾ ਤੇ ਭਗਵਾਨ ਬਣ ਜਾਏਗਾ, ਨਹੀਂ। ਇਹਦੇ ਲਈ ਇੱਕ ਸਫ਼ਰ ਏ, ਇੱਕ ਰਾਖੀ, ਇੱਕ ਪੰਧ ਹੀ ਬਣਨਾ ਪੈਂਦਾ ਏ। ਮਹਾਰਾਜ ਜੀ ਦਾ ਬਚਨ ਕਹਿਣ ਲੱਗਾ ਸਾਂ ਜਿਵੇਂ ਬਾਹਰੋਂ ਬੱਦਲ ਤੇ ਧਰਤੀ ਦਾ ਮੇਲ ਖੋਵੇ ਤੇ ਪਿਆਰਿਓ ਫਿਰ ਬਰਸਾਤ ਨਾਲ ਧਰਤੀ ਖਰੀ ਭਰੀ ਹੋ ਜਾਂਦੀ। ਕਹਿਣ ਲੱਗੇ ਜਦੋਂ ਸ਼ਬਦ ਦੀ ਬਰਸਾਤ ਪੈਂਦੀ ਅੰਦਰ, ਉਹ ਕਹਿ ਬੱਦਲ ਬਣ ਕੇ ਆਉਂਦਾ ਗੁਰੂ ਸ਼ਬਦ। ਸਾਡੀ ਜਿਹੜੀ ਧਰਤੀ ਸੁੱਕੀ ਸੜੀ ਏ, ਜਦੋਂ ਸ਼ਬਦ ਤੇ ਇਸ ਹਿਰਦੇ ਦੀ ਆਪਸ ਵਿੱਚ ਟੱਚ ਮਿਲਦਾ, ਛੋਹ ਮਿਲਦੀ ਏ, ਉਹ ਫਿਰ ਸਾਨੂੰ ਸੁਹਾਗਣ ਬਣਾਉਂਦਾ। ਸੁਹਾਗਣ ਦਾ ਕੀ ਮਤਲਬ, ਜਿਹਦੇ ਸਿਰ ਤੇ ਪਤੀਕ ਹੈ, ਅੰਦਰ ਫਿਰ ਪਰਮਾਤਮਾ ਪ੍ਰਗਟ ਹੋ ਜਾਂਦਾ ਏ ਤੇ ਉਹ ਕਹਿੰਦਾ ਹੁਣ ਮੈਂ ਤੂੰ ਤੇ ਤੂੰ ਮੈਂ ਖਾਂ। ਇਹ ਅੰਦਰ ਕਲਾ ਵਰਤਣੀ ਹੈ ਨਾ। ਬਾਹਰੋਂ ਤਾਂ ਅੱਜ ਤੱਕ ਤੁਸੀਂ ਵੇਖੋ ਖਾਂ ਜਿਹੜਾ ਵੀ ਰੱਬ ਤੱਕ ਪਹੁੰਚਿਆ ਕਿਸੇ ਨੇ ਕਿਹਾ ਹੈ ਮੈਂ ਰੱਬ ਬਣ ਗਿਆ ਜੀ, ਮੈਂ ਗੁਰੂ ਨਾਨਕ ਸਾਹਿਬ ਬਣ ਗਿਆ ਜੀ, ਮੈਂ ਗੁਰੂ ਕਲਗੀਆਂ ਵਾਲਾ ਬਣ ਗਿਆ, ਕਦੇ ਕਿਸੇ ਨੇ ਨਹੀਂ ਕਿਹਾ। ਸਤਿਗੁਰੂ ਜੀ ਲੱਖ ਵਾਰੀ ਕਹਿੰਦੇ ਨੇ ਖਾਲਸਾ ਮੇਰੋ ਰੂਪ ਹੈ ਖਾਸ, ਪਰ ਕਦੇ ਖਾਲਸਾ ਤੇ ਨਹੀਂ ਨਾ ਕਹਿੰਦਾ ਮੈਂ ਗੁਰੂ ਦਾ ਰੂਪ ਬਣ ਗਿਆ ਵਾਂ। ਅਸੀਂ ਦੂਜਿਆਂ ਨੂੰ ਤੇ ਸੰਬੋਧਨ ਕਰਕੇ ਕਈ ਵਾਰ ਕਹਿ ਲੈਂਦੇ ਹਾਂ, ਪਰ ਕਦੇ ਕੋਈ ਤੇ ਨਹੀਂ ਨਾ ਦਾਅਵਾ ਕਰਦਾ ਉਹ ਸਮੁੱਚੇ ਰੂਪ ਵਿੱਚ ਆਖਦੇ ਹਾਂ। ਕਦੇ ਕੋਈ ਬ੍ਰਹਮ ਗਿਆਨੀ ਇਹ ਤਾਂ ਨਹੀਂ ਨਾ ਕਹਿੰਦਾ ਮੈਂ ਰੱਬ ਖੋ ਗਿਆ ਵਾਂ। ਪਿਆਰੇ ਕਹਾਣੀ ਬਿਲਕੁਲ ਵੱਖਰੀ ਹੁੰਦੀ ਅੰਦਰ ਦੀ। ਰੱਬ ਬਣਨ ਦਾ ਮਤਲਬ ਕੀ ਹੈ ਜੀ, ਜਿਵੇਂ ਬਾਹਰੋਂ ਬਣਾਈ ਦੀ ਕੋਈ ਚੀਜ਼, ਮੈਂ ਇਹ ਪੋਸਟ ਮਿਲ ਗਈ, ਪਦਵੀ ਮਿਲ ਗਈ, ਇਹ ਕਹਾਣੀ ਨਹੀਂ। ਰੱਬ ਬਣਨ ਦਾ ਮਤਲਬ ਹੁੰਦਾ ਏ ਆਪਣਾ ਆਪ ਜੋ ਬਣਿਆ ਏ ਉਹ ਵੀ ਛੱਡ ਦੇਣਾ। ਜਿਹੜਾ ਰੱਬ ਬਣਦਾ ਏ ਉਹਨੂੰ ਮਿਲਦਾ ਏ। ਉਹਨੇ ਪਿਆਰਿਓ ਰੱਬ ਬਣਨਾ ਨਹੀਂ। ਸੋਚੀਏ ਤੇ ਅਸੀਂ ਰੱਬ ਪਹਿਲਾਂ ਖਾਂ ਹੀ, ਅਸੀਂ ਪਹਿਲਾਂ ਰੱਬ ਹੀ, ਇਕੱਲਾ ਇਕੱਲਾ ਬੰਦਾ ਰੱਬ ਏ, ਪਰ ਇਹਨੂੰ ਦਿਸਦਾ ਕਿਉਂ ਨਹੀਂ। ਅਸੀਂ ਇਹਦੇ ਅੰਦਰ ਵਿਕਾਰ ਪਾ ਲਏ, ਖਿਆਲ ਪਾ ਲਏ। ਉਹ ਜਿਹੜੀ ਅੰਦਰ ਜੋਤ ਸੀ ਉਹਦੇ ਚਾਰ ਚਫੇਰੇ ਇੰਨਾ ਕੁਝ ਤਰ ਲਿਆ ਏ। ਅਸੀਂ ਆਪਣੇ ਆਪ ਨੂੰ ਸਰੀਰ ਸਮਝਿਆ, ਉਹੀ ਕੰਮ ਕੀਤੇ ਤੇ ਬਣ ਗਏ ਕੁਝ ਹੋਰ ਦੀ ਹੋਰ ਹੀ। ਰੱਬ ਪਹਿਲਾਂ ਹੀ ਅੰਦਰ ਏ, ਰੱਬ ਰੂਪ ਹੈ ਹੀ ਏ, ਪਰ ਸਾਡੇ ਕੋਲ ਅੱਖ ਨਹੀਂ ਸੀ। ਉਹ ਸਾਡੇ ਕੋਲ ਗੁਰੂ ਕੇ ਪਿਆਰਿਓ ਕੰਨ ਨਹੀਂ ਸਨ। ਉਹ ਜਦੋਂ ਲੈਨੇ ਜਿਉਂ ਕੋਈ ਅੰਦਰ ਜਾਂਦਾ ਏ, ਅੰਦਰਲਾ ਜਿਹੜਾ ਚਾਰ ਚਫੇਰੇ ਪਕੜ ਸੀ ਲੋਭ ਦੀ ਉਹ ਪਰਾਂ ਖੱਟ ਗਈ, ਮੋਹ ਦੇ ਜਿਹੜੀ ਪਕੜ ਸੀ ਉਹ ਪਰਾਂ ਹਟਾ ਦਿੱਤੀ, ਅਭਿਮਾਨ ਸੀ ਮੈਂ ਖਾਂ ਬੰਦਗੀ ਕਰਕੇ ਉਹ ਪਾਸੇ ਖਟਿਆ। ਜਿਹੜੀ ਚੀਜ਼ ਕਈਆਂ ਚੀਜ਼ਾਂ ਨੂੰ ਲੈ ਕੇ ਕਹੀਦਾ ਸੀ ਵਾਹ ਸੁੱਖ ਮਿਲ ਗਿਆ, ਕਈਆਂ ਨੂੰ ਵੇਖ ਕੇ ਇਹ ਕਿਉਂ ਮੇਰੇ ਕੋਲ ਆ ਗਈ ਚੀਜ਼, ਬਾਹਰੋਂ ਹੀ ਸਾਰਾ ਕੁਛ ਆਉਂਦਾ ਨਾ ਦੁੱਖ ਵੀ,
ਸੁੱਖ ਵਿੱਚ ਬਾਹਰ ਜੋੜਿਆ ਹੋਇਆ ਹੈ, ਕੋਈ ਚੀਜ਼ਾਂ ਨਾਲ, ਕੋਈ ਬੰਦਿਆਂ ਨਾਲ। ਉਹ ਜਦੋਂ ਹੁਣ ਪਾਸੇ ਖਟਿਆ ਉਹ ਚੀਜ਼ਾਂ, ਤੇ ਪਿਆਰਿਓ ਪਿੱਛੋਂ ਕੀ ਨਿਕਲਿਆ? ਵਿੱਚੋਂ ਰੱਬ ਹੀ ਨਿਕਲਿਆ। ਮਹਾਰਾਜ ਜੀ ਨੇ ਬਚਨ ਕਰਦੇ ਇੱਕ ਜਗ੍ਹਾ 'ਤੇ, ਸਾਹਿਬ ਕਹਿੰਦੇ ਨੇ, ਖੋਲ ਕੇ ਵਾਰ। ਰੱਬ ਕੀ ਕਰਦਾ? ਜਦੋਂ ਉਹਨੇ ਪਰਦਾ ਪਰਾਂ ਖਟਾਇਆ ਤੇ ਮੈਂ ਹੈਰਾਨ ਖੋਇਆ, ਭਈ ਖਸਮ ਤੂੰ ਇਹ ਸਭਨਾ ਕਰ ਆਇਆ, ਚੂਕਾ ਪਰਦਾ ਤਾਂ ਨਦਰੀ ਆਇਆ। ਅਸੀਂ ਪਰਦੇ ਪਾਏ ਨੇ, ਖੋਮੇ ਦਾ ਪਰਦਾ, ਦਵੈਸ਼ ਦਾ ਪਰਦਾ, ਹੰਕਾਰ ਦੇ ਪਰਦੇ। ਇਹ ਪਰਦੇ ਖੱਟਦੇ ਨੇ ਬੰਦਗੀ ਕਰਨ ਨਾਲ, ਜਿਉਂ-ਜਿਉਂ ਖੱਟਦੇ ਜਿਹੜਾ ਪਿੱਛੇ ਬਚਦਾ ਪਰਮੇਸ਼ਰ ਆਪ ਹੀ ਬਚਦਾ ਹੈ। ਪਿਆਰੇ, ਬਾਹਰੋਂ ਨਹੀਂ ਕੋਈ ਕਹਿ ਦੇਵੇ, ਦਾਵਾ ਕਰੇ ਵੀ ਪਰਮੇਸ਼ਰ ਬਣ ਜਾਵਾਂਗੇ, ਨਹੀਂ। ਇਸ ਨੂੰ ਬਣਨ ਲਈ ਜੋ ਅਸੀਂ ਬਣ ਬੈਠੇ ਹਾਂ ਉਹਨੂੰ ਖਟਾਉਣਾ ਹੁੰਦਾ, ਤੇ ਖਟਾ ਖੁਦ ਨਹੀਂ ਸਕਦੇ ਆਪਾਂ। ਹੁਣ ਜਦੋਂ ਕਿਸੇ ਨੂੰ ਮੰਨ ਲਓ ਜਿਨ੍ਹਾਂ ਨੂੰ ਤੇ ਸੋਝੀ ਨਹੀਂ, ਗੁਰਬਾਣੀ ਸੁਣਦੇ ਨਹੀਂ, ਉਹਨਾਂ ਨੂੰ ਤੇ ਅਸੀਂ ਨਾ ਗੱਲ ਕਰੀਏ। ਹੁਣ ਆਪਾਂ ਵਿਚਾਰ ਰਹੇ ਹਾਂ, ਜਿਹੜੇ ਸੁਣ ਤੇ ਸੁਣਾ ਰਿਹਾ ਮੈਂ, ਆਪਾਂ ਰਲ ਕੇ ਜੋ ਆਪਣੇ ਵੱਲ ਵੇਖੀਏ ਕਿ ਇਹ ਸਾਰਾ ਕੁਝ ਬਚਨਾਂ ਤੋਂ ਬਾਅਦ ਸਾਡਾ ਅੰਦਰ ਇਸ ਰਾਹ 'ਤੇ ਤੁਰਦਾ ਹੈ। ਤੁਰ ਕੇ ਵੇਖੀਏ ਕਿ ਸਾਡੇ ਨਾਲੋਂ ਅਭਿਮਾਨ ਖੱਟ ਗਿਆ, ਜਿੰਨਾ ਕੁ ਹੁਣ ਤੱਕ ਸਫ਼ਰ ਕੀਤਾ ਹੈ। ਲਾਲਚ ਦੀ ਬਿਰਤੀ ਸਾਡੇ ਕੋਲੋਂ ਮੁੱਕ ਗਈ ਹੈ, ਮੋਹ ਮੁੱਕਿਆ ਹੈ। ਸੁੱਖ ਜਦੋਂ ਬਾਹਰ ਹੁੰਦਾ ਕਿੰਨੇ ਖੁਸ਼ ਹੋਈਦਾ, ਦੁੱਖ ਆਉਂਦਾ ਕਿਉਂ? ਕਿਉਂਕਿ ਅਜੇ ਅਸੀਂ ਖਨੇਰੇ ਵਿੱਚ ਹਾਂ, ਸਾਡੇ ਕੋਲ ਓਨੀਆਂ ਉਹ ਕਮਾਈਆਂ ਨਹੀਂ। ਇਹਦਾ ਵੀ ਨਹੀਂ ਮਤਲਬ ਵੀ ਕਮਾਈ ਨਹੀਂ ਤੇ ਅਸੀਂ ਕੁਛ ਕਰ ਨਹੀਂ ਸਕਦੇ। ਸਤਿਗੁਰੂ ਕਹਿੰਦੇ ਤੈਨੂੰ ਕਮਾਈ ਕਰ, ਅਸੀਂ ਤੇਰੇ ਸਿਰ 'ਤੇ ਆਪ ਖਲੋਤੇ ਹਾਂ, ਅਸੀਂ ਤੇਰੇ ਵਾਸਤੇ ਹੀ ਖਲੋਤੇ ਹਾਂ ਵੀ ਤੈਨੂੰ ਰੱਬ ਬਣਾਈਏ। ਸਤਿਗੁਰੂ ਜੀ ਕਹਿੰਦੇ ਤੂੰ ਸਾਡੇ ਕੋਲ ਸ਼ਬਦ ਲੈ ਤੁਰ। ਜਦੋਂ ਤੁਰੇਗਾ ਤੇ ਫਿਰ ਵੇਖਣਾ ਇੱਕ ਬਚਨ ਆਉਂਦਾ ਏ, ਪਥਕ ਪਿਆਸ ਚਿੱਤ ਸਰੋਵਰ। ਬੜਾ ਪਿਆਰਾ ਬਚਨ ਹੈ। ਪਥਕ ਦਾ ਮਤਲਬ ਹੁੰਦਾ ਰਾਖੀ। ਕਦੇ ਵੀ ਆਪਣੇ ਆਪ ਨੂੰ ਨਾ ਇਹ ਨਾ ਸਮਝੀਏ ਵੀ ਅਸੀਂ ਮੰਜ਼ਿਲ 'ਤੇ ਪਹੁੰਚ ਗਏ। ਅਸੀਂ ਤਾਂ ਮੰਜ਼ਿਲਾਂ ਹੀ ਛੋਟੀਆਂ ਬਣਾਈਆਂ। ਦੇਖੋ ਨਾ, ਇੱਕ ਬੰਦੇ ਉਹ ਨੇ ਜਿਹੜੇ ਕਹਿੰਦੇ ਨੇ ਮੈਂ ਕੋਈ ਮਾੜਾ ਕਰਮ ਨਹੀਂ ਕਰਦਾ, ਆਪਾਂ ਠੀਕ, ਉਹਦੀ ਮੰਜ਼ਿਲ ਮੁੱਕ ਗਈ, ਉਹਨੇ ਹੋਰ ਕੀ ਕਰਨੀ ਤਰੱਕੀ, ਉਹ ਤਾਂ ਸਮਝ ਬੈਠਾ ਮੇਰਾ ਆਹੀ ਕੰਮ ਸੀ। ਦੂਜਾ ਖਲੋਤਾ ਏ ਮੈਂ ਗੁਰਦੁਆਰੇ ਜਾਣਾ ਵਾ, ਵੀ ਮੈਂ ਹੋਰ ਕਿਸੇ ਨੂੰ ਨਹੀਂ ਮੰਨਦਾ, ਉਹ ਉੱਥੇ ਰੁਕ ਗਿਆ। ਤੀਸਰਾ ਉਹ ਏ ਜਿਹੜਾ ਪਾਠ ਕਰਦਾ ਹੈ ਪਰ ਅੰਮ੍ਰਿਤ ਨਹੀਂ ਛਕਦਾ, ਉਹ ਕਹਿੰਦੇ ਮੈਂ ਪਾਠ ਕਰਦਾ ਠੀਕ ਹੀ, ਮਹਾਰਾਜ ਦਾ ਬਚਨ ਮੰਨ ਰਿਹਾ, ਉਹਦੀ ਮੰਜ਼ਿਲ ਏ ਅੰਮ੍ਰਿਤ ਛਕ ਲਿਆ, ਨਿਤਨੇਮ ਖੋ ਰਿਹਾ, ਉੱਥੇ ਕੋ ਰੁਕ ਗਿਆ, ਬਸ ਇੱਥੇ ਰੁਕ ਜਾਣਾ। ਕੋਈ ਥੋੜ੍ਹਾ ਬਹੁਤਾ ਕਦੇ ਸੰਗਤ ਕਰਕੇ ਨਾਮ ਜਪਦਾ ਹੈ, ਉੱਥੇ ਰੁਕ ਗਿਆ। ਸਾਹਿਬ ਕਹਿੰਦੇ ਤੁਰਨਾ ਸੀ ਇਹ ਰਾਖੀਆਂ ਅਸੀਂ। ਪੰਥ ਦਾ ਮਤਲਬ ਹੁੰਦਾ ਰਸਤਾ ਏ, ਪੰਥ ਵਿੱਚ ਆ ਕੇ ਰੁਕ ਨਹੀਂ ਜਾਣਾ ਕਿਸੇ ਰਸਤੇ 'ਤੇ। ਰਸਤੇ ਦਾ ਮਤਲਬ ਹੈ ਇਹ ਰਸਤਾ ਇੱਕ ਪਾਸੇ ਸਾਡੇ ਨਾਲ ਜੁੜਿਆ, ਦੂਜਾ ਸਿਰਾ ਪਰਮਾਤਮਾ ਦੇ ਨਾਲ ਜੁੜਿਆ। ਲਗਾਤਾਰ ਤੁਰਦੇ ਰਹਿਣਾ ਤੇ ਤੁਰਨ ਲੱਗਿਆਂ ਇੱਕ ਗੱਲ ਅੰਦਰ ਆਪਣੇ ਰੱਖਣੀ ਪਿਆਰਿਓ, ਉਹ ਕਿਹੜੀ ਹੈ ਭਈ ਉਹ ਵੇ ਵਣਜਾਰੇ ਸਿੱਖ ਆਮਦੇ ਸ਼ਬਦ ਲੰਘਾਉਣ ਹਾਰ। ਵਣਜਾਰੇ ਬਣ ਕੇ ਮਹਾਰਾਜ ਕੋਲ ਆਉਣਾ, ਸਿੱਖ ਬਣ ਕੇ ਸਿੱਖਣ ਲਈ ਤੇ ਕੁਝ ਵਣਜਣ ਲਈ। ਜਿਹੜਾ ਆਉਂਦਾ ਹੈ ਨਾ ਉਹਨੂੰ ਮਹਾਰਾਜ ਕਹਿੰਦੇ ਸ਼ਬਦ, ਇੱਥੇ ਵੀ ਦੱਦੇ ਨੂੰ ਸਿਹਾਰੀਏ, ਸ਼ਬਦ ਦੇ ਅਭਿਆਸ ਦੁਆਰਾ ਹੀ ਉਹ ਪਾਰ ਲੰਘਾਉਂਦੇ ਨੇ। ਜਨ ਨਾਨਕ ਜਿਨ ਕੋ ਕਿਰਪਾ ਭਈ ਤਿਨ ਸੇਵਿਆ ਸਿਰਜਣਹਾਰ। ਜਿਨ੍ਹਾਂ 'ਤੇ ਉਹਦੀ ਕਿਰਪਾ ਹੋ ਜਾਂਦੀ ਹੈ ਨਾ, ਉਹੀ ਉਹ ਸਿਰਜਣਹਾਰ ਨੂੰ ਸੇਵਦੇ ਨੇ, ਹਰ ਕੋਈ ਨਹੀਂ ਉਹਨੂੰ ਸੇਵਦਾ। ਜੇ ਕੋਈ ਕਵੇ ਹਰ ਬੰਦਾ ਸਿਮਰਨ ਕਰ ਲਏਗਾ, ਨਹੀਂ। ਜਿਨ੍ਹਾਂ ਦੀ ਧੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ। ਧੁਰੋ ਦਰਗਾਹੋਂ ਲਿਖਿਆ ਜਿਹੜੇ ਵੀ ਵੀਰ ਭੈਣ ਜਾਪ ਕਰਦੇ ਨੇ ਕਿਸੇ ਵੀ ਰੂਪ ਅੰਦਰ, ਦਾ ਮਤਲਬ ਪਰਮਾਤਮਾ ਨੇ ਧੁਰੋਂ ਲਿਖਿਆ ਹੈ ਤੇ ਤਾਂ ਨਾਮ ਨਾਲ ਲੱਗੇ ਆ। ਹੁਣ ਲੱਗ ਕੇ ਅਗਲਾ ਸਫ਼ਰ ਜਿਹੜੀਆਂ ਰੂਹਾਂ ਨੇ ਤੈਅ ਕੀਤਾ ਕਰਨਗੇ, ਉਹਨਾਂ ਨਾਲ ਭਗਵਾਨ ਦੀ ਮੂਰਤ ਦੇ ਨੇੜੇ ਤੇੜੇ ਖੁੰਦੇ ਜਾਣਗੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਨੇ ਉਹਨਾਂ ਦੀ ਮੂਰਤ ਬਣਨਾ ਏ। ਮਨਾਂ ਦੇਖ ਤੈਂ ਸੁਣੇਗਾ, ਕਿਉਂਕਿ ਮਨ ਨੂੰ ਕਹਿ ਰਹਿਣਾ, ਕਿਉਂਕਿ ਮਨ ਹੀ ਨਾ ਸੁਣਦਾ, ਇਹ ਸਮਝਦਾ ਵੀ ਮੈਂ ਜੋ ਸੁਣਿਆ, ਜੋ ਮੰਜ਼ਿਲ ਮੈਨੂੰ ਮਿਲ ਗਈ। ਸਾਹਿਬ ਕਹਿੰਦੇ ਨਹੀਂ, ਪਥਕ ਪਿਆਸ ਚਿੱਤ ਸਰੋਵਰ ਆਤਮ ਜਲ ਲੈਣ। ਅਸੀਂ ਜਲ ਲੈਣਾ ਸੀ, ਅੰਦਰ ਤੱਤਾ ਸੜਿਆ ਜਿਹੜਾ ਸਦਾ ਹੀ ਅਸ਼ਾਂਤ ਰੱਖਦਾ, ਉਹਦੇ 'ਤੇ ਪਾਣਾ ਸੀ, ਪਰ ਉਹ ਰਾਹੀ ਬਣ ਕੇ ਪੈਂਦਾ। ਤੁਰੇ ਰਹੀਏ। ਕਈ ਵਾਰ ਅਸੀਂ ਤੁਰਦੇ ਨਾ ਹਾਸੋਹੀਆਂ ਜਿਹੀਆਂ ਗੱਲਾਂ ਕਰਦੇ ਹਾਂ।
ਜੇ ਕੋਈ ਗੱਲ ਕਰੇ ਦੂਸਰੇ ਨੂੰ ਕਹਾਂਗੇ ਜੀ ਤੁਸੀਂ ਫਿਰ ਮੇਰੇ ਤੇ ਹੁਣ ਕਿਰਪਾ ਕਰੋ। ਉਹ ਕੀ ਕਰੇਗਾ ਜਿਹੜਾ ਕਿਰਪਾ ਤੇ ਸਤਿਗੁਰੂ ਜੀ ਕਰ ਰਹੇ ਨੇ, ਤੇ ਅਸੀਂ ਜਪਣਾ ਹੈ ਤੇ ਅੰਦਰੋਂ ਮਨ ਕਰਕੇ ਸੰਗਤ ਦੇ ਸਾਹਮਣੇ ਝੁਕਣਾ ਹੈ ਤੇ ਸਤਿਗੁਰੂ ਜੀ ਨੇ ਕਿਰਪਾ ਕਰਨੀ। ਇੱਕ ਦੂਜੇ ਨੂੰ ਕਹਿਣਾ ਮੇਰੇ ਤੇ ਵੀ ਕਿਰਪਾ ਕਰੋ, ਮੇਰੇ ਤੇ ਵੀ ਮਿਹਰ ਕਰੋ। ਇਹ ਪਿਆਰੋ ਐਵੇਂ ਗੱਲਾਂ ਨੇ, ਕਿਉਂਕਿ ਸਾਨੂੰ ਬੜਾ ਸੁਚੇਤ ਰਹਿਣਾ ਚਾਹੀਦਾ ਵੀ ਕਿਰਪਾ ਸਤਿਗੁਰੂ ਜੀ ਨੇ ਕਰਨੀ। ਮਹਾਰਾਜ ਦੱਸਦੇ ਪਏ ਨੇ ਕਿਰਪਾ ਲੈਣੀ, ਜਿਹੜਾ ਜਲ ਮਿਲਣਾ ਹੈ ਇਹ ਚਿੱਤ ਸਰੋਵਰ, ਅੰਦਰ ਇੱਕ ਸਰੋਵਰ ਹੈ, ਉੱਥੇ ਨਹਾ ਲੈ ਕਿਰਪਾ ਹੋ ਜਾਏਗੀ। ਸਰੋਵਰ ਸ਼ਬਦ ਹੈ, ਸ਼ਬਦ ਦੇ ਵਿੱਚ ਇਸ ਚਿੱਤ ਨੂੰ ਰੱਖਣਾ। ਜਿਵੇਂ ਚਿੱਤ ਅੰਦਰ ਖਿਆਲ ਨੇ, ਉਹ ਚਿੱਤ ਵਿੱਚ ਵੱਧ ਤੋਂ ਵੱਧ ਸ਼ਬਦ ਦਾ ਆਉਣਾ, ਉਹ ਸਰੋਵਰ ਵਿੱਚ ਆਉਣਾ। ਤੇ ਕਹਿੰਦੇ ਉਹ ਪਿਆਸ ਲਾਈਏ, ਪਿਆਸ ਜਿਉਂ-ਜਿਉਂ ਇਸ ਰਾਹ 'ਤੇ ਕੋਈ ਤੁਰਦਾ ਉਹਨੂੰ ਪਿਆਸ ਲੱਗਦੀ ਤੇ ਫਿਰ ਅੱਗੋਂ ਦੇ ਅੰਦਰ ਉਹਨੂੰ ਜਲ ਮਿਲਦਾ। ਖਰ ਦਰਸ ਪ੍ਰੇਮ ਚਰਨ ਨਾਨਕ ਕਰ ਕਿਰਪਾ ਪ੍ਰਭਦੈਨ, ਹੋਰ ਕਿਰਪਾ ਕਰਕੇ ਦਿੰਦਾ ਜਲ ਅੰਦਰੋਂ। ਜਦੋਂ ਕਿਸੇ ਨੂੰ ਮਿਲਦਾ ਏ ਤੇ ਹੋਰ ਝੂਮਦਾ ਏ, ਠੰਡ ਪੈਂਦੀ ਹੈ, ਫਿਰ ਅੰਦਰੇ ਸ਼ਬਦ ਨਿਕਲਦੇ ਨੇ ਨਾ, ਸੋਏ ਸੁਣੰਦੜੀ ਮੇਰਾ ਤਨ ਮਨ ਮੋਲਾ, ਨਾਮ ਜਪੰਦੜੀ ਲਾਲੇ, ਪੰਦ ਜੋ ਲੰਦੜੀ ਮੇਰਾ ਅੰਦਰ ਠੰਡਾ, ਗੁਰ ਦਰਸ਼ਨ ਦੇਖਣ ਆਲੇ। ਪੰਦ ਜੁਲੰਦੜੀ ਮੇਰਾ ਅੰਦਰ ਠੰਡਾ, ਇਸ ਪੰਦ ਤੇ ਤੁਰਨ ਵਾਲਿਆਂ ਨੂੰ ਠੰਡ ਪੈਂਦੀ ਏ। ਕਦੇ ਰੁਕੀਏ ਨਾ ਜਿੰਨਾ ਚਿਰ ਉਹਦੇ ਵਿੱਚ ਅਭੇਦ ਨਹੀਂ ਖੋ ਜਾਂਦੇ। ਸਾਹਿਬ ਕਹਿੰਦੇ ਮਨਾ ਇਹ ਤਦ ਹੀ ਖੋਣਾ ਏ, ਤਦ ਹੀ ਨਹੀਂ ਤੈਨੂੰ ਸੁੱਖ ਦੁੱਖ ਪਰਸਣਗੇ, ਤਦੋਂ ਹੀ ਇਹ ਲੋਭ ਮੋਹ ਅਮਾਨ ਅੰਦਰ ਅਸਰ ਨਹੀਂ ਕਰਨਗੇ। ਜਦੋਂ ਅਸੀਂ ਸ਼ਬਦ ਦੇ ਨਾਲ ਜੁੜ ਕੇ ਰਹਾਂਗੇ, ਸ਼ਬਦ ਦੀ ਬਰਸਾਤ ਅੰਦਰ ਪਵੇਗੀ, ਉਹਦੇ ਚਰਨਾਂ ਵਿੱਚ ਅਰਦਾਸਾਂ ਖੁੰਦੀਆਂ ਰਹਿਣਗੀਆਂ, ਫਿਰ ਅੰਦਰ ਸੁਰਤੀ ਉਹਦੇ ਵਿੱਚ ਅਭੇਦ ਖੋਏਗੀ। ਪਰ ਉਹ ਪਰਮਾਤਮਾ ਉਹਨਾਂ ਬ੍ਰਹਮ ਗਿਆਨੀਆਂ ਦੀ ਤੋਂ ਸੇਵਾ ਲੈਂਦਾ, ਪਰ ਉਹ ਨਹੀਂ ਕਦੇ ਕਹਿੰਦੇ ਸੀ ਕੁਛ ਬਣ ਗਏ। ਬਣਨ ਵਾਲੀ ਨਦੀ ਤਾਂ ਸਾਗਰ ਵਿੱਚ ਮਿਲ ਕੇ ਮਿਟ ਗਈ, ਉਹਨਾਂ ਦਾ ਤੇ ਆਪਣਾ ਕੁਛ ਰਹਿੰਦਾ ਹੀ ਨਹੀਂ। ਉਹਨਾਂ ਦੇ ਅੰਦਰ ਸਿੱਧਾ ਪਰਮਾਤਮਾ ਆਪ ਵਰਤਦਾ ਹੈ ਤੇ ਉਹ ਅੱਤ ਦੇ ਨਿਮਾਣੇ ਦਾਸ ਸੇਵਕ ਬਣ ਕੇ ਉਹ ਮਨੁੱਖਤਾ ਦੀ ਸੇਵਾ ਕਰਦੇ ਨੇ। ਸਤਿਗੁਰੂ ਜੀ ਮਿਹਰਾਂ ਕਰਨ, ਅਸੀਂ ਭਗਵਾਨ ਦੀ ਮੂਰਤ ਬਣ ਵੱਲ ਤੁਰੀਏ। ਬਣਾਉਣਾ ਸਤਿਗੁਰੂ ਕੇ ਸ਼ਬਦ ਨੇ, ਉਹਦੇ ਨਾਲ ਜੁੜ ਕੇ ਰਹੀਏ ਜੀ। ਭੁੱਲ ਚੁੱਕ ਦੀ ਖਿਮਾ ਕਰਨੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।